इस देश की मिट्टी की सौगंध खाता हूँ, ये देश नहीं बिकने दूंगा। ते आप कहंदा कंपनियां 24 छड्डांगे, बाकी सारियां बेच देवांगे। ਕੱਟੇ ਨੂੰ ਸਵਾ ਮਣ ਦੁੱਧ ਦਾ ਕੀ ਭਾਅ ਨੂੰ ਝੰਗਾਉਣਾ ਹੀ ਨਹੀਂ ਤੁਸੀਂ ਮੈਨੂੰ ਦੱਸੋ ਕਿ 1.5 ਕਿੱਲੇ ਵਾਲਾ 3 ਕਿੱਲੇ ਵਾਲਾ ਕਿਸਾਨ ਦਿੱਲੀ ਦੀ ਮੰਡੀ 'ਚ ਜਾ ਕੇ ਭਾਅ ਲੈ ਲੂ। ਸਰਜੀਤ ਕੁਮਾਰ ਜੈਣੀ ਨੂੰ ਸਭ ਤੋਂ ਪਹਿਲਾਂ ਜਾ ਕੇ ਮੈਂ ਇੰਟਰਵਿਊ ਕੀਤਾ ਸੀ ਉਹਨਾਂ ਦੇ ਘਰ 'ਚ, ਤੇ ਤੁਸੀਂ ਉਹ ਇੰਟਰਵਿਊ ਸੁਣ ਲਿਓ, ਉਹਨਾਂ ਨੂੰ ਗੱਲ ਨਹੀਂ ਸੀ ਆਉੜ ਰਹੀ ਔਰ ਇਹਨਾਂ ਨੇ ਆਫ ਦੀ ਰਿਕਾਰਡ ਕੀ ਆਖਿਆ ਸੀ ਫਿਰ ਜਾ ਕੇ ਪੁੱਛ ਲਿਓ। ਸਭ ਤੋਂ ਪਹਿਲਾਂ ਇਹਨਾਂ ਦੀਆਂ ਹੱਟੀਆਂ ਤੇ ਬੋਰਡ ਲੱਗੇ ਹੋਣਗੇ ਕਿ ਸੌਦਾ ਅਸੀਂ ਕਰਾਵਾਂਗੇ, ਆ ਜਾਓ ਮਿਲੋ। ਜ਼ਮੀਨ ਵੇਚਣ ਵਾਲੇ ਵੀ ਮਿਲੋ ਤੇ ਉਧਰੋਂ ਖਰੀਦਣ ਵਾਲੇ ਵੀ ਮਿਲੋ। ਇਹ ਉਹ ਲੋਕ ਨੇ, ਇਹ ਤਾਂ ਖੁਦ ਕਾਰਪੋਰੇਟ ਦਾ ਹਿੱਸਾ ਨੇ। 2000 ਬੱਸਾਂ ਵਾਲਾ ਕੌਣ ਹੈ ਮੈਨੂੰ ਦੱਸੋ? ਇੱਕ ਮੋਤੀ ਮਹਿਲ ਵਾਲਾ, ਇੱਕ ਸਿਸਵਾ ਫਾਰਮ ਵਾਲਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਕਿਸਾਨੀ ਅੰਦੋਲਨ ਦੇ ਵਿੱਚ ਜੇ ਹੁਣ ਦੀ ਅਸੀਂ ਮੌਜੂਦਾ ਦੌਰ ਦੀ ਗੱਲ ਕਰਦੇ ਹਾਂ ਤਾਂ ਬੜੇ ਸਾਰੇ ਸਵਾਲ ਉੱਠ ਰਹੇ ਨੇ, ਪਰ ਅਸਲ ਦੇ ਵਿੱਚ ਜਿਹੜਾ ਅਸਲੀ ਮੁੱਦਾ ਗਾ ਕਾਲੇ ਕਾਨੂੰਨਾਂ ਨੂੰ ਲੈ ਕੇ, ਕਦੇ ਐਂ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਜੰਗ ਇੱਕ ਤਰ੍ਹਾਂ ਦੀ ਹੋਰ ਚੱਲ ਰਹੀ ਆ, ਗਰਾਊਂਡ ਲੈਵਲ ਤੇ ਕੁਝ ਹੋਰ ਹੋ ਰਿਹਾ ਹੈਗਾ। ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਜਿਹੜੇ ਸੂਬਿਆਂ ਦੇ ਵਿੱਚ ਵੋਟਾਂ ਹੋ ਰਹੀਆਂ ਉੱਥੋਂ ਦੇ ਦੌਰੇ ਵੀ ਲਗਾਤਾਰ ਕਰ ਰਹੇ ਨੇ। ਪਿਛਲੇ ਦਿਨੀ ਕਿਸਾਨ ਆਗੂ ਬੰਗਾਲ ਵੀ ਜਾ ਕੇ ਆਏ ਨੇ। ਪਰ ਜਿਹੜੇ ਇਹ ਪ੍ਰਸ਼ਨ ਉੱਠ ਰਹੇ ਨੇ, ਇਹਨਾਂ ਪ੍ਰਸ਼ਨਾਂ ਦੇ ਕੀ ਜਵਾਬ ਹੋਣੇ ਚਾਹੀਦੇ ਨੇ, ਜਾਂ ਇਹ ਜਿਹੜੀਆਂ ਗੱਲਾਂ ਗੀਆਂ ਡੂੰਘੀਆਂ ਬੜੀਆਂ ਕਾਲੇ ਕਾਨੂੰਨਾਂ ਦੀਆਂ, ਪਰ ਕੀ ਲੋਕ ਸਮਝ ਰਹੇ ਨੇ ਇਹ ਗੱਲਾਂ ਨੂੰ? ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਅੱਜ ਦੀ ਮੁਲਾਕਾਤ ਰਹੇਗੀ। ਸਾਡੇ ਨਾਲ ਮੌਜੂਦ ਨੇ ਮਿੰਟੂ ਗੁਰੂਸਰੀਆ। ਮਿੰਟੂ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਤੁਸੀਂ ਸੋਸ਼ਲ ਮੀਡੀਆ ਤੇ ਵੀ ਬੜਾ ਰਹਿੰਦੇ ਹੋ ਐਕਟਿਵ, ਹੈ ਨਾ? ਮੈਨੂੰ ਇੱਕ ਗੱਲ ਇਹ ਕਦੇ ਨਹੀਂ ਲੱਗਦੀ ਵੀ ਕੁਝ ਲੋਕਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਹੀ ਅੰਦੋਲਨ ਸਮਝੀ ਬੈਠੇ ਆ, ਕੁਝ ਲੋਕ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇੱਕ ਨੈਗੇਟਿਵ ਪੱਖ ਦੇਖ ਰਹੇ ਹੋ ਵੀ ਇਹ ਚੀਜ਼ ਆ ਰਹੀ ਆ? ਨਹੀਂ, ਉਹ ਸਾਨੂੰ ਦਿਖਾਈ ਦਿੰਦਾ ਕਿਉਂਕਿ ਅਸੀਂ ਜ਼ਿਆਦਾਤਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਚੋਂ ਹੀ ਟ੍ਰੈਂਡ ਚੈੱਕ ਕਰਦੇ ਹਾਂ। ਪ੍ਰੈਕਟੀਕਲੀ ਜੇ ਤੁਸੀਂ ਦੇਖਦੇ ਹੋ, ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ, ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹੀ ਮੂਵਮੈਂਟ ਦੇ ਵਿੱਚ 500 ਬੰਦਾ ਇਕੱਠਾ ਕਰਨਾ ਜਿਹੜਾ ਬਹੁਤ ਔਖਾ ਹੈ ਇਸ ਏਰੀਏ 'ਚ, ਕਿਉਂਕਿ ਮੈਂ ਇਸ ਏਰੀਏ ਤੋਂ ਬਿਲੋਂਗ ਕਰਦਾ। ਇੱਥੇ ਨੌਨ ਜੱਟ ਸਿੱਖ ਆਬਾਦੀ ਜ਼ਿਆਦਾ ਹੈ। ਇੱਥੇ ਕੁਝ ਪਿੰਡਾਂ ਦੇ ਵਿੱਚ ਜਾ ਕੇ ਹੈਰਾਨ ਹੋਵੋਗੇ ਕਿ ਪੰਜਾਬੀ ਜਿਹੜੀ ਉਹ ਦੂਜੇ ਦਰਜੇ ਦੀ ਭਾਸ਼ਾ ਬਣ ਜਾਂਦੀ ਹੈ। ਮਤਲਬ ਕਿ ਜ਼ਿਆਦਾਤਰ ਨੌਨ ਪੰਜਾਬੀ ਬੋਲਣ ਵਾਲੇ ਲੋਕ ਨੇ, ਜ਼ਿਆਦਾਤਰ ਪਛੜੇ ਵਰਗ 'ਚੋਂ ਆਉਂਦੇ ਆ, ਕਿਉਂਕਿ ਜ਼ਿਮੀਂਦਾਰ ਜਿਹੜੇ ਵੱਡੇ ਆ ਉਹ 500 ਕਿੱਲਿਆਂ ਵਾਲੇ, ਜੈਣੀ ਸਾਹਿਬ ਵੀ ਉਹਨਾਂ 'ਚੋਂ ਇੱਕ ਹੈ, ਸਮਝਦੇ ਹੋ ਨਾ? ਤਾਂ ਇਸ ਇਲਾਕੇ ਦੇ ਵਿੱਚ ਜੇ ਲੋਕ ਆਏ ਨੇ, ਗੱਲ ਸੁਣ ਆ ਰਹੇ ਨੇ, ਉਹ ਚਰਚਾ ਕਰ ਰਹੇ ਨੇ, ਬਹੁਤ ਵੱਡੇ ਚਿਹਰੇ ਉਹਨਾਂ ਨੂੰ ਆ ਕੇ ਮੁਖਾਤਬ ਹੋ ਰਹੇ ਨੇ, ਇਹਦਾ ਮਤਲਬ ਕਿ ਗਰਾਊਂਡ ਤੇ ਵੀ ਉਹ ਲਹਿਰ ਹੈ। ਠੀਕ ਆ, ਲਹਿਰ ਦੇ ਫੇਜ਼ ਹੁੰਦੇ ਆ, ਕਿਸੇ ਥਾਂ ਤੇ ਖੜੋਤ ਆ ਜਾਂਦੀ ਹੈ, ਕਿਸੇ ਥਾਂ ਤੇ ਉਹ ਗਤੀਸ਼ੀਲ ਹੋ ਜਾਂਦੀ ਆ। ਉਹ ਅਸੀਂ ਮੰਨ ਸਕਦੇ ਹਾਂ ਕਿ ਵਿੱਚ ਕੁਝ ਚਲੋ ਘਟਨਾਕ੍ਰਮ ਵਾਪਰੇ ਨੇ ਐਸੇ, ਪਰ ਜ਼ਮੀਨੀ ਪੱਧਰ ਤੇ ਮੇਰੇ ਖਿਆਲ ਦੇ ਨਾਲ ਇਸ ਲਹਿਰ ਦਾ ਉਨਾ ਹੀ ਅਸਰ ਹੈ ਜਿੰਨਾ ਪਹਿਲਾਂ ਸੀਗਾ। ਜਿਹੜੇ ਲੋਕ ਨੇ ਗਰਾਊਂਡ ਲੈਵਲ ਦੇ ਉੱਤੇ, ਖਾਸ ਕਰਕੇ ਜੇ WTO ਦੀ ਗੱਲ ਕਰੀਏ ਜਾਂ ਹੋਰ ਗੰਭੀਰ ਪੂੰਜੀਪਤੀ ਲੋਕਾਂ ਦੀ ਗੱਲ ਕਰਦੇ ਹਾਂ, ਲੋਕ ਸਮਝੇ ਨੇ ਮੁੱਦੇ ਨੂੰ? ਨਹੀਂ, ਉੱਥੋਂ ਤੱਕ ਨਹੀਂ ਹੈ। ਉਹੀ ਹੈ, ਮੈਂ ਤੁਸੀਂ ਕਦੇ ਵੀ ਨੋਟ ਕਰਿਓ, ਮੈਂ ਜਿੱਥੇ ਵੀ ਜਾਵਾਂ ਮੇਰੀ ਕੋਸ਼ਿਸ਼ ਹੁੰਦੀ ਹੈ, ਟਾਈਮ ਜਿਹੜਾ ਹੁੰਦਾ ਉਹਨਾਂ ਦਾ ਪ੍ਰੋਟੋਕਾਲ ਹੁੰਦਾ, ਜਿਹੜੇ ਵੱਡੇ ਮੰਚ ਹੈ ਉਹ ਤੁਹਾਨੂੰ 2 ਮਿੰਟ ਦਿੰਦੇ ਆ, 4 ਮਿੰਟ ਦਿੰਦੇ ਆ। ਮੈਂ ਤਾਂ ਕਹਿ ਦਿੰਦਾ ਉਹਨਾਂ ਕਿ ਪਜਾਮਾ ਖਿੱਚਣ ਕੇ ਤੁਸੀਂ ਬਚਾ ਲਿਓ, ਕਿ 5 ਮਿੰਟ ਸੁਣ ਲਿਓ। ਹੁਣ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਜੋ ਹਜ਼ਾਰਾਂ ਰੁਪਇਆਂ ਦਾ ਤੇਲ ਫੂਕ ਕੇ ਇੱਥੇ ਪਹੁੰਚ ਰਹੇ ਨੇ, ਆਪਣਾ ਕੰਮ ਛੱਡ ਕੇ ਪਹੁੰਚ ਰਹੇ ਨੇ। ਅਸੀਂ ਫਿਰ ਉਸ ਮਾਮਲੇ 'ਚ ਆਪਣਾ ਆਤਮ ਚਿੰਤਨ ਕਰ ਸਕਦੇ ਹਾਂ ਕਿ ਜੋ ਸਟੇਜ ਦਾ ਸੰਚਾਲਨ ਹੈ ਉਹ ਇਸ ਢੰਗ ਨਾਲ ਹੋਣਾ ਚਾਹੀਦਾ ਕਿ ਅਸੀਂ ਬਿਹਤਰ ਤਰੀਕੇ ਨਾਲ, ਸਰਲ ਤਰੀਕੇ ਨਾਲ, ਸਾਦੇ ਤਰੀਕੇ ਨਾਲ ਉਹਨਾਂ ਨੂੰ ਇਹਨਾਂ ਚੀਜ਼ਾਂ ਤੱਕ ਪਹੁੰਚਾਈਏ। ਜਦ ਅਸੀਂ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਉਹ ਆਪ ਵੀ ਆਪਣੇ ਪੱਧਰ ਤੇ ਉਹਦੇ 'ਚ ਜਿਗਿਆਸਾ ਰੱਖਣਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਸਾਡੇ ਬੁਲਾਰੇ ਨੇ, ਬੁੱਧੀਜੀਵੀ ਨੇ, ਚਿੰਤਕ ਨੇ, ਤੁਹਾਡੇ ਵਰਗੇ ਨੌਜਵਾਨ ਪੱਤਰਕਾਰ ਨੇ, ਇਹ ਵੱਧ ਤੋਂ ਵੱਧ ਜਾਣਕਾਰੀ ਕਨਵੇ ਕਰਨ ਤਾਂ ਠੀਕ ਰਹੇਗਾ। ਜਿਹੜਾ ਦੋ ਫੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਨੌਜਵਾਨ ਵਰਸਿਸ ਇਹ ਬਣਾਇਆ ਜਾ ਰਿਹਾ ਜਥੇਬੰਦੀਆਂ ਦਾ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਵੀ ਬਣ ਰਹੀਆਂ ਗਈਆਂ, ਕੀ ਮੰਨਦੇ ਹੋ? ਕੌਣ ਕਸੂਰਵਾਰ? ਨਹੀਂ, ਦੇਖੋ ਇਹ ਚੀਜ਼ਾਂ ਹੁੰਦੀਆਂ ਨੇ, ਸਾਡੇ ਪੰਜਾਬੀਆਂ ਦਾ ਇਤਿਹਾਸ ਹੈ। ਅਸੀਂ ਲਹਿਰਾਂ ਖੜੀਆਂ ਵੀ ਬਹੁਤ ਕੀਤੀਆਂ ਨੇ, ਲਹਿਰਾਂ ਲੜੀਆਂ ਵੀ ਬਹੁਤ ਨੇ, ਤੇ ਸਾਡੇ 'ਚ ਤੁਸੀਂ ਮਿਸਲ ਕਾਲ ਤੋਂ ਹੀ ਦੇਖ ਲਓ, ਪਟਕ ਰਹੇ ਨੇ, ਧਿਰਾਂ ਰਹੀਆਂ ਨੇ। ਠੀਕ ਆ, ਉਹਦੇ 'ਚ ਮੈਂ ਕਹੂੰਗਾ ਕਿ ਉਸ ਸੱਜੀ ਧਿਰ ਤੋਂ ਵੀ ਖੱਬੀ ਧਿਰ ਤੋਂ ਵੀ ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ, ਪਰ ਉਹ ਨੈਰੇਟਿਵ ਜਿਹੜਾ ਆ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਦਿਖਾਈ ਦਿੰਦਾ। ਮੇਰਾ ਮੰਨਣਾ ਇਹ ਆ ਕਿ ਜਦ ਤੱਕ ਤੁਹਾਡੇ ਕੋਲ ਕੋਈ ਠੋਸ ਐਵੀਡੈਂਸ ਨਹੀਂ ਕਿਸੇ ਪ੍ਰਤੀ, ਤੁਸੀਂ ਕਿਸੇ ਨੂੰ ਵਿਚਾਰ ਨਾਲ, ਆਲੋਚਨਾਤਮਕ ਪੱਖ ਨਾਲ ਜ਼ਰੂਰ ਉਹਨੂੰ ਤੁਸੀਂ ਕੰਡੈਮ ਕਰ ਸਕਦੇ ਹੋ, ਉਹਨੂੰ ਨਿੰਦ ਸਕਦੇ ਹੋ, ਇੱਕ ਮਰਿਆਦਾ 'ਚ। ਕਿਸੇ ਨੂੰ ਵੀ ਖਿਲਾਰਾ ਨਾ ਪਾਓ, ਕਿਉਂਕਿ ਇਹਦੇ ਨਾਲ ਤੁਹਾਡੀ ਖੇਡ ਖਿਲਰੇਗੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਧਿਰ ਸੈਂਟਰਲਿਸਟ ਧਿਰ ਵੀ ਹੈ, ਉਹ ਤੁਹਾਡੇ ਦੋਹਾਂ ਤੋਂ ਉਮੀਦ ਲਾ ਕੇ ਬੈਠੀ ਹੈ। ਸਾਡੇ ਵਰਗੇ ਜਿਹੜੇ ਵਿਚਾਲੇ ਖੜੇ ਆ, ਉਹ ਵੀ ਭਰਾ ਹੈ, ਉਹ ਵੀ ਭਰਾ ਹੈ।
ਤਾਂ ਅਸੀਂ ਤਾਂ ਇਹੀ ਆ ਕਿ ਨਿਰਾਸ਼ ਹੋਵਾਂਗੇ ਜੇ ਇਹ ਲੜਾਈ ਇਸ ਪੀਕ ਤੇ ਜਾ ਕੇ ਡਿੱਗ ਪੈਂਦੀ ਹੈ। ਸੋ ਮੇਰਾ ਤਾਂ ਇਹੀ ਮੰਨਣਾ ਹੈ ਕਿ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਇੱਕ ਸਾਜ਼ਿਸ਼ ਰੱਖਦਾ ਹੈ, ਇਸ ਤਰ੍ਹਾਂ ਦਾ ਕੋਈ ਵਿਜ਼ਨ ਰੱਖਦਾ ਹੈ ਇਸ ਲੜਾਈ ਪ੍ਰਤੀ, ਤਾਂ ਉਹ ਮੇਰੇ ਖਿਆਲ ਦੇ ਨਾਲ ਪੰਜਾਬ ਪ੍ਰਸਤ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਇਸ ਲੜਾਈ ਨੂੰ ਹਾਸੇ ਮਜ਼ਾਕ 'ਚ ਲੈਣ ਵਾਲੀ ਲੜਾਈ ਨਹੀਂ ਹੈ। ਤੁਹਾਡਾ ਇੱਕ ਅਰਥ ਬਾਜ਼ਾਰ ਹੈ, 1 ਲੱਖ ਕਰੋੜ ਰੁਪਏ ਦਾ ਉਹ ਫਸਲ ਜਿਹੜੀ ਆ ਕਣਕ ਆਉਣੀ ਹੈ ਤੁਹਾਡੀ 25,000 ਕਰੋੜ ਦੀ ਹੈ, ਝੋਨਾ ਤੁਹਾਡਾ 50,000 ਕਰੋੜ ਦਾ ਵਿਕ ਗਿਆ, ਦੂਜੀਆਂ ਫਸਲਾਂ ਪਾ ਕੇ ਕਿੰਨਾ ਹੋ ਗਿਆ 1 ਲੱਖ ਕਰੋੜ। 1 ਲੱਖ ਕਰੋੜ ਹੈ ਜਿਹੜਾ ਅੱਜ ਜੇ ਉਹਨੂੰ ਤੁਸੀਂ ਮਾਈਨਸ ਕਰ ਦੋਗੇ ਪੰਜਾਬ ਦੇ ਬਾਜ਼ਾਰ 'ਚੋਂ, ਤੁਹਾਡਾ ਕੈਪਟਨ ਤਾਂ 4 ਦਿਨ ਵੀ ਸਰਕਾਰ ਨਹੀਂ ਚਲਾ ਸਕੂਗਾ। ਸਰਕਾਰ ਤਾਂ ਲੋਕ ਚਲਾ ਰਹੇ ਨੇ, ਇਸ ਪੰਜਾਬ ਨੂੰ ਤਾਂ ਲੋਕ ਚਲਾ ਰਹੇ ਨੇ, ਕਿਸਾਨ ਚਲਾ ਰਿਹਾ। ਤੁਸੀਂ ਸੋਚ ਕੇ ਥੋੜਾ ਜਿਹਾ ਕਿ ਸਾਡਾ ਟੋਟਲ ਬਜਟ ਕਿੰਨਾ ਐਤਕੀ 1,60,000 ਕਰੋੜ ਦੇ ਕਰੀਬ, ਤੇ 1 ਲੱਖ ਕਰੋੜ ਰੁਪਈਆ ਜੇ ਸਾਨੂੰ ਲਾਸ ਹੁੰਦਾ ਹੈ ਅੱਗੇ ਜਾ ਕੇ, ਸਾਡਾ ਅਰਥ ਬਾਜ਼ਾਰ ਜਿਹੜਾ ਲਾਸ 'ਚ ਜਾਂਦਾ, ਚਾਹੇ ਉਹਦੇ 'ਚੋਂ 30,000 ਕਰੋੜ ਕੱਢ ਦਿਓ 20,000 ਕਰੋੜ, ਤਾਂ ਉਹ ਕਲੈਪਸ ਕਰੇਗਾ। ਸਾਡੀ ਮੰਡੀ ਦੇ ਨਾਲ ਕੀ ਜੁੜਿਆ? ਮੰਡੀ ਖੜੇ ਆ ਆਪਾਂ, ਇਹਦੇ ਤੇ ਕੰਮ ਕੌਣ ਕਰਦਾ? ਆਹ ਦਿਖਾਓ ਕੈਮਰਾਮੈਨ ਸਾਹਿਬ, ਆਹ ਕੌਣ ਹੈ? ਮਜ਼ਦੂਰ ਹੈ। ਇਹਦਾ ਮਾਲਕ ਕੌਣ ਹੈ? ਆੜਤੀਆ। ਇਹਦੇ 'ਚੋਂ ਸਮਾਨ ਕਿੱਥੇ ਜਾਣਾ? ਸ਼ੈਲਰ 'ਚ। ਸਾਰਿਆਂ ਦਾ ਰੁਜ਼ਗਾਰ ਜੁੜ ਗਿਆ। ਕਿਸਾਨ ਨੇ ਪੈਦਾਵਾਰ ਕੀਤੀ, ਇੱਥੇ ਲਿਆ ਮੰਡੀ 'ਚ, ਮਜ਼ਦੂਰ ਵੀ ਰੋਟੀ ਖਾ ਰਿਹਾ, ਉਹਦਾ ਮਾਲਕ ਵੀ ਰੋਟੀ ਖਾ ਰਿਹਾ, ਔਰ ਜਿੱਥੇ ਇਹ ਜਾ ਕੇ ਸਟੋਰ ਹੋਏਗਾ ਉਹ ਵੀ ਰੋਟੀ ਖਾ ਰਿਹਾ। ਤੇ ਜਿਹੜਾ ਕਿਸਾਨ ਹੈ, ਕਿਸਾਨ ਦੇ ਨਾਲ ਮਜ਼ਦੂਰ ਵੀ ਜੁੜਿਆ। ਤੁਸੀਂ ਆਪ ਦੇਖੋ ਕਿ ਕਿੱਡਾ ਵੱਡਾ ਵਰਗ, ਕਿੱਡਾ ਵੱਡਾ ਅਰਥ ਚਾਰਾ ਜਿਹੜਾ ਉਹ ਇਸ ਚੀਜ਼ ਨਾਲ ਜੁੜਿਆ। ਸੋ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਲੜਾਈ ਦਾ। ਇਹ ਲੜਾਈ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵਜੂਦ ਹੋਣ ਦੀ ਲੜਾਈ, ਕੁਛ ਆਪਾਂ ਜਜ਼ਬਾਤੀ ਸ਼ਬਦ ਇਸਤੇਮਾਲ ਕਰਦੇ ਹਾਂ, ਪਰ ਇਹ ਆਰਥਿਕਤਾ ਦੇ ਵਜੂਦ ਨਾਲ ਜੁੜਿਆ ਜ਼ਿਆਦਾ। ਇਹ ਮਸਲਾ ਆਰਥਿਕਤਾ ਵਾਲਾ ਜ਼ਿਆਦਾ ਹੈ। ਜਿਹੜਾ ਰਾਜਨੀਤਿਕ ਪੱਖ ਆ ਖਾਸ ਕਰਕੇ ਪੰਜਾਬ ਦਾ, ਉਹਦੀ ਕਿਹੋ ਜਿਹੀ ਭੂਮਿਕਾ ਦੇਖਦੇ ਹੋ ਤੇ ਆਉਣ ਵਾਲਾ ਕਿਹੋ ਦਾ ਦੇਖਦੇ ਹੋ ਤਸਵੀਰ? ਇਹ ਸਾਰੇ ਉਹ ਲੋਕ ਆ, ਰਤਨ ਜੀ ਮੇਰੀ ਗੱਲ ਲਿਖ ਕੇ ਰੱਖ ਲਓ, ਮੈਂ ਹੋਵਾਂ ਜਾਂ ਨਾ, ਕਦੇ ਕੱਢ ਕੇ ਪੜ੍ਹ ਲਿਓ, ਕਿ ਜੇ ਮੰਨ ਲਓ ਕਾਰਪੋਰੇਟ ਆਪਣੀਆਂ ਨੀਤੀਆਂ ਅਮਲ 'ਚ ਲੈ ਆਉਂਦਾ ਹੈ, ਸਭ ਤੋਂ ਪਹਿਲਾਂ ਇਹਨਾਂ ਦੀਆਂ ਹੱਟੀਆਂ ਤੇ ਬੋਰਡ ਲੱਗੇ ਹੋਣਗੇ ਕਿ ਸੌਦਾ ਅਸੀਂ ਕਰਾਵਾਂਗੇ, ਆ ਜਾਓ ਮਿਲੋ, ਜ਼ਮੀਨ ਵੇਚਣ ਵਾਲੇ ਵੀ ਮਿਲੋ ਤੇ ਉਧਰੋਂ ਖਰੀਦਣ ਵਾਲੇ ਵੀ ਮਿਲੋ। ਇਹ ਉਹ ਲੋਕ ਨੇ, ਇਹ ਤਾਂ ਖੁਦ ਕਾਰਪੋਰੇਟ ਦਾ ਹਿੱਸਾ ਨੇ। 2000 ਬੱਸਾਂ ਵਾਲਾ ਕੌਣ ਹੈ ਮੈਨੂੰ ਦੱਸੋ? ਇੱਕ ਮੋਤੀ ਮਹਿਲ ਵਾਲਾ, ਇੱਕ ਸਿਸਵਾ ਫਾਰਮ ਵਾਲਾ, 5-7 ਤੋਂ ਪਰਾਂ ਹਿਮਾਚਲ 'ਚ ਟਿਕਾਣੇ ਬਣਾ ਰੱਖੇ, ਉਹ ਕੌਣ? ਕਿਸਾਨ ਹੈ। ਸੋ ਇਹ ਤਾਂ ਖੁਦ ਕਾਰਪੋਰੇਟ ਦਾ ਹਿੱਸਾ ਨੇ, ਇਹਨਾਂ ਦੀਆਂ ਕੰਪਨੀਆਂ ਨੇ, ਸ਼ੂਗਰ ਮਿੱਲਾਂ ਨੇ, ਇਹ ਤਾਂ ਖੁਦ ਕਾਰਪੋਰੇਟ ਕੌਣ ਹੁੰਦਾ? ਕਾਰਪੋਰੇਟ ਵੀ ਤਾਂ ਇਹ ਜਿਹੜਾ ਮੁਨਾਫਾ ਲੋਕਾਂ ਦਾ ਖੂਨ ਚੂਸਣਾ ਔਰ ਉਹਨੂੰ ਮੁਨਾਫੇ ਦੇ ਰੂਪ 'ਚ ਤਿਜੋਰੀ 'ਚ ਬੰਦ ਕਰਨਾ, ਤਾਂ ਇਹ ਤਾਂ ਉਹ ਲੋਕ ਨੇ। ਉਹ ਆਂਦੇ ਹੁੰਦੇ ਪੰਜਾਬੀ 'ਚ ਇੱਕ ਕਹਾਵਤ ਹੈ ਕਿ ਕਦੋਂ ਬੁੱਢਾ ਮਰੇ ਤੇ ਕਦੋਂ ਬੈਲ ਵੰਡੀਏ। ਸੋ ਸਿਆਸਤਦਾਨਾਂ ਤੋਂ, ਹਾਂ ਮੈਂ ਸਾਰੇ ਨਹੀਂ ਗਿਣਦਾ ਕਿ ਬੇਈਮਾਨ ਨੇ, ਬਹੁਤ ਅੱਛੇ ਸਿਆਸਤਦਾਨ ਹਰੇਕ ਪਾਰਟੀ 'ਚ ਹੈਗੇ ਆ, ਉਹਨਾਂ ਨੂੰ ਆਫ ਦੀ ਰਿਕਾਰਡ ਮਿਲੋਗੇ, ਉਹ ਤੁਸੀਂ ਵੀ ਮਿਲੇ ਹੋਣੇ ਆ, ਕਿ ਤੌਖਲਾ ਪ੍ਰਗਟਾਉਂਦੇ ਆ ਕਿ ਯਾਰ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ, ਚਾਹੇ ਉਹ ਆਪਣੀ ਪਾਰਟੀ ਦੀ ਲਾਈਨ ਨੂੰ ਟੋਕ ਕਰ ਰਹੇ ਹੋਣਗੇ। ਉਹ ਥੋੜ੍ਹੇ ਜਿਹੇ ਹੈਗੇ ਨੇ ਕਿਸਾਨ, ਸਾਰੇ ਹੀ ਹੈਗੇ ਆ, ਕਿਸਾਨ ਹੋਣ ਜਾਂ ਇਹ ਨੌਨ ਕਿਸਾਨ ਹੋਣ, ਉਹ ਸਾਰੇ ਹੈਗੇ ਆ। ਪਰ ਕਹਿਣ ਦਾ ਮਤਲਬ ਕਿ ਜ਼ਿਆਦਾਤਰ ਲੀਡਰ ਤਾਂ ਇਹੋ ਜਿਹੇ ਮੌਕੇ ਭਾਲਦੇ ਹੁੰਦੇ ਆ ਕਿ ਜਦੋਂ ਗੁਰਬਤ ਜ਼ਿਆਦੀ ਹੋਏਗੀ, ਜਦੋਂ ਆਰਥਿਕਤਾ ਘੱਟ ਹੋਏਗੀ ਲੋਕਾਂ ਦੀ, ਤਾਂ ਉਸ ਸੂਰਤ ਦੇ ਵਿੱਚ ਉਹਨਾਂ ਨੂੰ ਕਹਿ ਲਓ ਕਿ ਮੁਨਾਫਾ ਕਮਾਉਣ ਦਾ ਵੀ ਮੌਕਾ ਮਿਲੇਗਾ, ਵੋਟਾਂ ਕਮਾਉਣ ਦਾ ਵੀ ਮੌਕਾ ਮਿਲੇਗਾ। ਤੁਹਾਡੇ ਹੀ ਏਰੀਆ ਦੇ ਲੀਡਰ ਨੇ ਸੁਰਜੀਤ ਕੁਮਾਰ ਜੈਣੀ, ਪਿਛਲੇ ਦਿਨੀ ਅਸੀਂ ਉਹਨਾਂ ਦੀ ਮੁਲਾਕਾਤ ਕੀਤੀ, ਇੱਕ ਬੜਾ ਵੱਡਾ ਬਿਆਨ ਦਿੱਤਾ ਵੀ ਇਹ ਜਿਹੜਾ ਅੰਦੋਲਨ ਆ ਦਿਸ਼ਾਹੀਨ, ਮੁੱਦਾਹੀਨ, ਆਗੂਹੀਨ, ਕੀ ਕਹਿਣਾ ਚਾਹੋਗੇ ਵੀ ਕੀ ਕਿਉਂ ਹੈ? ਸੁਰਜੀਤ ਕੁਮਾਰ ਜੈਣੀ ਨੂੰ ਸਭ ਤੋਂ ਪਹਿਲਾਂ ਜਾ ਕੇ ਮੈਂ ਇੰਟਰਵਿਊ ਕੀਤਾ ਸੀ ਉਹਨਾਂ ਦੇ ਘਰ 'ਚ, ਤਾਂ ਤੁਸੀਂ ਉਹ ਇੰਟਰਵਿਊ ਸੁਣ ਲਿਓ, ਉਹਨਾਂ ਨੂੰ ਗੱਲ ਨਹੀਂ ਸੀ ਆਉੜ ਰਹੀ, ਔਰ ਇਹਨਾਂ ਨੇ ਆਫ ਦੀ ਰਿਕਾਰਡ ਕੀ ਆਖਿਆ ਸੀ ਫਿਰ ਜਾ ਕੇ ਪੁੱਛ ਲਿਓ, ਆਪਣੀ ਬੈਠਕ 'ਚ ਬਿਠਾ ਕੇ ਮੈਨੂੰ ਕੀ ਕਿਹਾ ਸੀ, ਔਰ ਮੇਰੇ ਨਾਲ ਦਾ ਸਾਥੀ ਉਸ ਗੱਲ ਦਾ ਗਵਾਹ ਹੈ ਕਿ ਆਫ ਦੀ ਰਿਕਾਰਡ ਤੁਸੀਂ ਕੀ ਕਿਹਾ ਸੀਗਾ। ਇਹ ਗੱਲਾਂ ਨੇ, ਉਹ ਘੁੰਮ ਗਏ, ਲਾਟੂ ਬਣ ਗਏ, ਖੁਦ ਉਹ ਕਿਸਾਨ ਨੇ ਦੇ ਸਿਰ ਤੇ ਇੱਥੋਂ ਤੱਕ ਪਹੁੰਚੇ ਨੇ ਬੰਦੇ, ਉਹ ਠੀਕ ਨੇ, ਅੱਛੇ ਨੇ, ਪਰ ਕਈ ਵਾਰ ਉਹ ਇਹ ਹੁੰਦਾ ਕਿ ਬੰਦਾ ਨਾ ਚਾਹ ਕੇ ਵੀ ਆਪਣੇ ਦਿਲ ਦੀ ਗੱਲ ਨਹੀਂ ਕਰ ਪਾਉਂਦਾ, ਉਹ ਦਿਲ ਦੀ ਗੱਲ ਨਹੀਂ ਕਰ ਪਾ ਰਹੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ, ਤਗੜਾ ਜ਼ਿਮੀਂਦਾਰ ਤਾਂ ਬਾਈ ਸਰਵਾਈਵ ਵੀ ਕਰ ਸਕਦਾ, 300 ਕਿੱਲਾ ਪੈਲੀ ਹੈ ਜਿਹਦੇ ਕੋਲ, ਉਹ ਤਾਂ ਰਤਨ ਜੀ ਹੋਰ ਕੁਝ ਨਹੀਂ ਹੈ, ਤੇ ਮੰਨ ਲਓ ਉਹ ਉਹਦੇ 'ਚ ਵੰਨ-ਸਵੰਨਤਾ ਲਿਆ ਸਕਦਾ, ਥੋੜੀ ਉਹ ਚੀਜ਼ ਬੀਜ ਲਈ, ਥੋੜੀ ਉਹ ਬੀਜ ਲਈ, ਤੁੱਕਾ ਇੱਕ ਦਾ ਲੱਗ ਹੀ ਜਾਣਾ। 4 ਫਸਲਾਂ ਨੇ ਤੁਹਾਡੇ ਕੋਲ, ਇੱਕ ਦੀ ਡਿਮਾਂਡ ਐਂਡ ਸਪਲਾਈ ਦੇ ਮੁਤਾਬਕ ਸ਼ਾਰਟੇਜ ਆਉਣੀ ਹੈ, ਉਹ ਉਹਦੇ 'ਚੋਂ ਦੂਜਾ ਘਾਟਾ ਪੂਰਾ ਕਰ ਲੂਗਾ। ਤੇ ਜਿਹੜਾ ਮਾੜਾ ਹੈ, ਮੇਰੇ ਕੋਲ ਹੈ ਹੀ ਜ਼ਮੀਨ 3 ਕਿੱਲੇ ਆ, ਫਰਜ਼ ਕਰੋ ਮੈਂ ਆ ਜਿਹੜੀ ਤੁਹਾਡਿਆਂ ਕੋਲ ਰੋਜੀ ਰੋਟੀ ਖਾਣਾ ਮੇਰੀ ਬੰਦ ਹੋ ਜਾਂਦੀ ਕੱਲ੍ਹ ਨੂੰ ਕਿਸੇ ਵੀ ਕਾਰਨ, ਉਹਨਾਂ 3 ਕਿੱਲਿਆਂ 'ਤੇ ਮੁਨਸਰ ਹੋ ਜਾਣਾ, ਮੈਂ ਨਿਰਭਰ ਹੋ ਜਾਣਾ, ਉਹਨਾਂ 3 ਕਿੱਲਿਆਂ 'ਚ ਮੈਂ ਕੀ ਡਾਇਵਰਸੀਫਿਕੇਸ਼ਨ ਕਰ ਲੂੰਗਾ ਬਾਈ, ਉਹਦੇ 'ਚ ਮੈਂ ਇੱਕ ਹੀ ਫਸਲ ਬੀਜੂੰਗਾ, ਉਹਦੇ 'ਚ ਕੀ ਕੱਲ੍ਹ ਨੂੰ ਘਾਟਾ ਹੋ ਗਿਆ, ਜਵਾਕ ਪੜ੍ਹਾਊਂਗਾ, ਆਪਦੀ ਮਾਂ ਦਾ ਇਲਾਜ ਕਰਾਊਂਗਾ, ਆਪਦੀ ਤੀਵੀਂ ਦੇ ਖਰਚੇ ਪੂਰੇ ਕਰੂੰਗਾ ਜਾਂ ਰਸੋਈ ਚਲਾਊਂਗਾ, ਕਿਉਂਕਿ 74% ਤਾਂ ਮੇਰੇ ਵਰਗੇ ਆ ਨਾ,
ਤੁਸੀਂ ਇਹਨਾਂ ਵਾਲਾ ਨਾ ਵੇਖੋ, ਇਹ ਮਹਿਲਾ ਵਾਲਾ ਵੇਖੋ ਹੀ ਨਾ। 74% ਮਾਰਜਨਲ ਕਿਸਾਨ ਹੈ ਪੰਜਾਬ 'ਚ, ਔਰ ਪੂਰੇ ਇੰਡੀਆ 'ਚ 85% ਹੈ। ਉਹਨੂੰ ਖੁੱਲੀ ਮੰਡੀ ਦਾ ਕੀ ਭਾਅ? ਕੱਟੇ ਨੂੰ ਸਵਾ ਮਣ ਦੁੱਧ ਦਾ ਕੀ ਭਾਅ? ਉਹਨੂੰ ਝੰਗਾਉਣਾ ਹੀ ਨਹੀਂ ਤੁਸੀਂ। ਤੁਸੀਂ ਮੈਨੂੰ ਦੱਸੋ ਕਿ ਇੱਕ 2.5 ਕਿੱਲੇ ਵਾਲਾ 3 ਕਿੱਲੇ ਵਾਲਾ ਕਿਸਾਨ ਦਿੱਲੀ ਦੀ ਮੰਡੀ 'ਚ ਜਾ ਕੇ ਭਾਅ ਲੈ ਲੂ? ਇਹ ਤੇ ਐਵੇਂ ਵਾਹਿਆਤ ਗੱਲਾਂ ਨੇ। ਜੈਣੀ ਸਾਹਿਬ ਹੋਰੀ ਜਿਹੜੇ ਆ ਖੁਦ ਖੇਤੀ ਨਾਲ ਜੁੜੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ। ਮੇਰੇ ਕੋਲ ਆ ਸਾਰਾ ਕੁਝ, ਕਿਸੇ ਦਿਨ ਡਿਬੇਟ 'ਚ ਬਿਠਾ ਲਓ, ਆਪਾਂ ਪੁੱਛ ਲੈਂਦੇ ਹਾਂ। ਡਿਬੇਟ 'ਚ ਬਿਠਾ ਲਓ, ਇਹਨਾਂ ਦੇ ਬੈਠੇ ਆ ਬੁਲਾਰੇ ਕਈ ਵਾਰ ਮੇਰੇ ਨਾਲ ਡਿਬੇਟ 'ਚ, ਔਰ ਭੱਜੇ ਆ। ਮੈਂ ਕੋਈ ਮਾਣ ਨਹੀਂ ਕਰਦਾ, ਹੰਕਾਰ ਨਹੀਂ ਕਰਦਾ ਇਸ ਚੀਜ਼ ਦਾ, ਪਰ ਉਹਨਾਂ ਕੋਲ ਜਵਾਬ ਨਹੀਂ ਹੈਗੇ। ਜੀ ਮਿੰਟੂ ਜੀ, ਜਿਹੜੀ ਖਾਸ ਤੌਰ ਦੇ ਉੱਤੇ ਕਾਲੇ ਕਾਨੂੰਨਾਂ ਦੇ ਖਿਲਾਫ ਐਜੀਟੇਸ਼ਨ ਚੱਲ ਰਿਹਾ ਹੈਗਾ, ਕਿਸਾਨ ਆਗੂ ਲਗਾਤਾਰ ਇਹ ਕਹਿ ਰਹੇ ਆ ਵੀ ਲੰਬਾ ਚੱਲੂਗਾ ਅੰਦੋਲਨ। ਜਦੋਂ ਤੁਹਾਡੇ ਵਰਗੇ ਲੋਕ, ਤੁਸੀਂ ਕੀ ਸੋਚਦੇ ਹੋ, ਕਿਵੇਂ ਚੱਲੂਗਾ, ਕੀ ਹੋਣਾ ਚਾਹੀਦਾ ਜਾਂ ਕੀ ਹੋਊਗਾ? ਲੰਬਾ ਹੀ ਚੱਲੂਗਾ। ਇਹ ਤਾਂ ਐਕਸਪਾਇਰੀ ਡੇਟ ਦਿੰਦੇ ਆ ਨਾ, ਦਸੰਬਰ ਦੀ, ਅਕਤੂਬਰ ਦੀ, ਟਕੈਸਾ। ਮੈਂ ਕਹਿੰਦਾ ਅਨਲਿਮਟਿਡ ਹੀ ਹੈ ਵੈਲਿਡਿਟੀ ਇਹਦੀ। ਕਿਉਂ? ਕਿਉਂਕਿ ਜਦੋਂ ਇੱਕ ਹੰਕਾਰੀ ਕਿਸਮ ਦਾ ਸ਼ਾਸਕ ਹੋਵੇ, ਜਿਹਦਾ ਵਿਜ਼ਨ ਇਹੋ ਜਿਹਾ ਹੋਵੇ ਕਿ ਸਹੁੰ ਚੁੱਕਣ ਤੋਂ ਪਹਿਲਾਂ ਕਹਿੰਦਾ इस देश की मिट्टी की सौगंध खाता हूँ, ये देश नहीं बिकने दूंगा, ਤੇ ਆਪ ਕਹਿੰਦਾ ਕੰਪਨੀਆਂ 24 ਛੱਡਾਂਗੇ, ਬਾਕੀ ਸਾਰੀਆਂ ਵੇਚ ਦੇਵਾਂਗੇ। ਉਹਦੇ 'ਚ ਤਾਂ 9 ਰਤਨ ਵੀ ਹੈ। ਜਿਵੇਂ ਤੁਹਾਡਾ ਨਾਂ ਰਤਨ ਕਿਉਂ ਹੈ? ਤੁਸੀਂ ਮਾਂ ਦੇ ਅਨਮੋਲ ਰਤਨ ਹੋ, ਤਾਂ ਹੀ ਰੱਖਿਆ ਨਾ ਰਤਨ। ਉੱਦਾਂ ਸਾਡੇ 9 ਰਤਨ ਸੀ ਜਿਹੜੇ ਕਿ ਬਹੁਤ ਜ਼ਿਆਦਾ ਮੁਨਾਫਾ ਦਿੰਦੇ ਸੀ, ਉਹ ਵੀ ਚੱਕ ਦੇਣੇ ਇਹਨਾਂ ਨੇ, ਕਿਉਂਕਿ ਹਮ ਦੋ ਹਮਾਰੇ ਦੋ ਵਾਲਾ ਫੰਡਾ। ਸੋ ਐਸਾ ਸ਼ਾਸਕ ਜਿਹਨੂੰ ਸਿਰਫ ਕਾਰਪੋਰੇਟ ਦਿਖਦਾ, ਜਿਹਨੂੰ ਸਿਰਫ ਤੁਸੀਂ ਨਾ ਕਦੇ ਨਰਿੰਦਰ ਮੋਦੀ ਦਾ ਵਿਜ਼ਨ ਦੇਖਣਾ ਹੋਵੇ, ਉਹ ਤੁਹਾਨੂੰ ਮਿਲੇਗੀ ਨਹੀਂ ਬੁੱਕ। ਕਰਮਯੋਗ ਬੁੱਕ ਹੈ ਇੱਕ, ਮੈਂ ਪਿਛਲੇ 6 ਮਹੀਨੇ ਇਹਨਾਂ ਦੇ ਮਗਰ ਲੱਗਾ ਫਿਰਦਾ ਰਿਹਾ। ਕਰਮਯੋਗ ਬੁੱਕ ਪੜ੍ਹ ਲਿਓ, ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡਾ ਪ੍ਰਾਈਮ ਮਿਨਿਸਟਰ ਕਿੱਥੇ ਸਟੈਂਡ ਕਰਦਾ ਹੈ। ਜੋ ਮੈਂ ਗੱਲ ਹੁਣੇ ਸਟੇਜ ਤੋਂ ਕਹਿ ਕੇ ਆਇਆ ਕਿ ਦੋ ਸ਼ਿਕਾਰ ਹੈ ਇਸ ਟਾਈਮ ਇੱਕੋ ਤੀਰ ਨਾਲ, OBC ਔਰ ਹੇਠਲੇ ਪੱਧਰ ਤੇ SC। ਇਹ ਦੋਨੇ ਸ਼ਿਕਾਰ ਕੀਤੇ ਜਾ ਰਹੇ ਇਸ ਇੰਡੀਆ ਦੇ ਵਿੱਚ। ਇੱਕ ਦਾ ਰਿਜ਼ਰਵੇਸ਼ਨ, ਦੂਸਰੇ ਦੀ ਖੇਤੀ। ਖਾ ਲਓ ਉਹਨਾਂ ਨੂੰ ਲੇਬਰ ਕਲਾਸ 'ਚ ਕਨਵਰਟ ਕਰੋ। ਉਸ ਤੋਂ ਬਾਅਦ ਜਿਹੜੀ ਸਰਮਾਏਦਾਰੀ ਹੈ ਉਹਨੂੰ ਖੁਸ਼ ਕਰੋ, ਕਿਉਂਕਿ ਸਰਮਾਏਦਾਰੀ ਨੇ ਇੱਕ ਬਾਜ਼ਾਰ ਦੇਖਣਾ, ਸਾਡਾ ਬਾਜ਼ਾਰ ਅਵੇਲੇਬਲ ਹੈ। ਸੋ ਇਹ ਬੰਦਾ RSS ਨੇ ਜਾਂ ਸਰਮਾਏਦਾਰੀਆਂ, ਜੋ ਵੀ ਸ਼ਕਤੀਆਂ ਖੜੀਆਂ ਪਿੱਛੇ ਇਹਨਾਂ ਦੇ RSS ਦੇ ਨਾਲ, ਉਹ ਸਰਮਾਏਦਾਰੀ ਤੇ ਰਾਹ ਨੇ। ਇਹਨਾਂ ਨੇ ਬਹੁਤ ਮਿਹਨਤ ਤੋਂ ਬਾਅਦ ਖੜਾ ਕੀਤਾ ਹੈ। ਇਹਨੂੰ ਯਕਦਮ ਥੋੜ੍ਹੀ ਡੇਗ ਦੇਣਗੇ। ਸੋਚ ਕੇ ਦੇਖੋ, ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਉਹਨੂੰ ਹਿੰਦੂ ਹਿਰਦੇ ਸਮਰਾਟ ਕਹੀ ਜਾਂਦੇ ਆ, ਹਿੰਦੂ ਹਿਰਦੇ ਸਮਰਾਟ ਨਰਿੰਦਰ ਦਮੋਦਰ ਦਾਸ ਜੀ ਮੋਦੀ, ਉਹ ਕਹਿੰਦੇ ਕਿ ਸਦੀਆਂ ਬਾਅਦ ਤਾਂ ਸਾਡਾ ਰਾਜ ਆਇਆ। ਉਹਨੂੰ ਦੇਖ ਕੇ ਮਿੱਟੀ ਥੋੜ੍ਹੀ ਕਰਨਗੇ, ਉਹ ਸਾਰੀ ਮਿਹਨਤ। ਸੋ ਇਸ ਕਰਕੇ ਲੜਾਈ ਲੰਬੀ ਜਾ ਸਕਦੀ, ਪਰ ਲੜਾਈ ਲੰਬੀ ਜਾਣ ਦਾ ਮਤਲਬ ਇਹ ਹੈ ਕਿ ਤੁਸੀਂ ਲੜਾਈ ਦੇ ਹਿਸਾਬ ਦੇ ਨਾਲ ਪੈਂਤੜੇ ਬਦਲੋ। ਅਸੀਂ ਕੀ ਕਰ ਰਹੇ ਹਾਂ? ਮਾਫ ਕਰਨਾ, ਅਸੀਂ ਲੜਾਈਆਂ 'ਚ ਉਲਝ ਰਹੇ ਹਾਂ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਫ੍ਰੀ ਹੈਂਡ ਦੇ ਰਹੇ ਹਾਂ? ਉਹਦੇ ਬਜਟ 'ਚ ਕੀ ਹੈ ਇਸ ਲੜਾਈ ਲਈ? ਮੈਨੂੰ ਦੱਸੋ। ਤੁਸੀਂ ਇੱਕ ਬਹੁਤ ਵਧੀਆ ਪੱਤਰਕਾਰ ਹੋ, ਮੈਂ ਨੌਜਵਾਨਾਂ ਪੱਤਰਕਾਰਾਂ ਤੋਂ ਤਾਂ ਖਾਸ ਤੌਰ ਤੇ ਮੁਤਾਸਰ ਹੁੰਦਾ, ਉਹਨਾਂ 'ਚ ਤੁਸੀਂ ਇੱਕ ਹੋ। ਤੁਸੀਂ ਮੈਨੂੰ ਦੱਸੋ, ਤੁਸੀਂ ਆਪਣੇ ਵਿਜ਼ਨ ਦੇ ਮੁਤਾਬਕ ਦੇਖਦੇ ਹੋ ਕੁਛ ਲੜਾਈ ਲਈ ਹੈ? ਕੋਈ ਦੂਰ ਅੰਦੇਸ਼ੀ ਦਿਖਾਈ ਗਈ ਬਜਟ 'ਚ? ਨਹੀਂ। ਸਾਨੂੰ ਕੀ ਚਾਹੀਦਾ? ਵੋਟ 'ਚ ਬੈਠੇ ਅਸੀਂ। ਰਤਨ ਜੀ ਬੜਾ ਸਿੰਪਲ ਫੰਡਾ ਹੈ। ਸਾਰੇ ਖੜੇ, ਆ ਜਾਓ, ਤੁਸੀਂ ਵੀ ਆ ਜਾਓ। ਵੋਟ ਦੇ ਨਾ ਤੁਸੀਂ, ਉਰੇ ਆਓ। ਤੁਹਾਡੇ ਇੱਥੇ ਕਿੰਨਾ ਹੁੰਦਾ? ਉਰੇ ਆ ਜਾ ਯਾਰ, ਡਰਦਾ ਕਿਉਂ? ਮੈਂ ਕਰੰਟ ਮਾਰਦਾ। ਕਿੰਨਾ ਹੁੰਦਾ ਤੁਹਾਡੇ ਏਰੀਆ 'ਚ? ਬਹੁਤ ਜ਼ਿਆਦਾ ਹੁੰਦਾ। ਬਹੁਤ ਜ਼ਿਆਦਾ ਹੁੰਦਾ। ਉਹ ਕਿੰਨੂ ਹੁਣ ਖਤਮ ਹੋ ਗਿਆ ਨਾ? ਹਾਂਜੀ, ਖਤਮ ਹੋ ਗਿਆ। ਸੀਜ਼ਨ ਆਫ ਹੋ ਗਿਆ? ਹਾਂਜੀ, ਹੋ ਗਿਆ ਨਾ? ਹੋ ਗਿਆ। ਲੈ ਹੁਣ ਮੈਂ ਤੈਨੂੰ ਅਗਲੀ ਗੱਲ ਦੱਸਦਾ। ਜੇ ਅਸੀਂ ਕੋਈ ਬੀ ਜਾਂ ਪੌਦੇ ਇਸ ਤਰ੍ਹਾਂ ਦੇ ਤਿਆਰ ਕਰ ਲਈਏ ਖੋਜ ਕਰਕੇ ਕਿ ਉਹ ਥੋੜੇ ਜਿਹੇ ਲੇਟ ਪੱਕਣ, ਜਾਂ ਕਿਸਾਨਾਂ ਕੋਲ, ਇੱਥੋਂ ਦੇ ਕਿਸਾਨਾਂ ਨੂੰ, ਮੇਰੇ ਪਿੰਡ ਤੱਕ ਬਾਗ ਹੀ ਬਾਗ ਸੀਗਾ, ਹੁਣ ਵੀ ਬਾਗ ਹੈ, ਤਾਂ ਉਹੀ ਕਿੰਨੂ ਅਸੀਂ ਸਟੋਰ ਕਰਾ ਦਈਏ ਇਹਨਾਂ ਦਾ, ਅਸੀਂ ਹੁਣ ਜੂਸ ਬਣਾ ਕੇ ਕਿੰਨਾ ਵੇਚ ਸਕਦੇ ਹਾਂ। ਇਹਦੇ 'ਚ ਕੀ ਹੈ? ਕਰਨਾ ਕਿਹਨੇ? ਉਹ ਤਾਂ ਹੁਣ ਮੋਦੀ ਨੇ ਨਹੀਂ ਕਰਨਾ। ਉਹ ਕਿਹਨੇ ਕਰਨਾ? ਲੋਕਲ ਸਰਕਾਰ ਨੇ, ਸਟੇਟ ਸਰਕਾਰ ਨੇ। ਅਸੀਂ ਉਹਨੂੰ ਤਾਂ ਫ੍ਰੀ ਹੈਂਡ ਛੱਡਿਆ। ਸਾਡੀਆਂ ਕਿਸਾਨ ਜਥੇਬੰਦੀਆਂ ਤੁਹਾਨੂੰ ਪੁੱਛਦੀਆਂ ਹੀ ਨਹੀਂ। ਇਹੀ ਗੱਲ ਹੈ ਮਿੰਟੂ ਜੀ, ਜਿਹੜਾ ਐਗਰੀਕਲਚਰ ਸਬਜੈਕਟ ਹੈ ਇਹ ਸਟੇਟ ਦੇ ਅਧੀਨ ਆਉਂਦਾ, ਪਰ ਇਹਦੇ ਤੇ ਗੱਲ ਨਹੀਂ ਚੱਲ ਰਹੀ। ਕਿਉਂ? ਨਹੀਂ, ਉਹੀ ਮੈਂ ਕਹਿ ਰਿਹਾ ਕਿ ਸਾਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਸਟੇਟ ਸਬਜੈਕਟ ਹੈ, ਤੇ ਅਸੀਂ ਨੀਤੀਆਂ ਬਣਵਾਈਏ ਸਟੇਟ ਸਰਕਾਰ ਤੋਂ। ਫਰਜ਼ ਕਰੋ ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਕਿ ਮੰਨ ਲਓ ਲੜਾਈ ਲੰਬੀ ਚੱਲਣੀ ਹੈ। ਲੜਾਈ ਲੰਬੀ ਲੜਨ ਤੋਂ ਕੀ ਭਾਵ ਹੈ? ਕਿਸਾਨ ਕਿੱਦਾਂ ਬਚਦਾ? ਕਿਸਾਨ ਦਾ ਕੋਈ, ਵੈਸੇ ਤੁਸੀਂ ਜੇ ਫਾਰਮਿੰਗ ਸੈਕਟਰ ਦੇਖੋਗੇ, ਇਹਦੇ ਨਾਲ ਜੁੜੀ ਇਕਨੋਮੀ ਦੇਖੋਗੇ, ਰਾਕਟ ਸਾਇੰਸ ਨਹੀਂ ਹੈ। ਮੈਂ 4 ਮਹੀਨਿਆਂ 'ਚ ਟੋਟਲੀ, ਮਤਲਬ ਕਿ ਮੈਂ ਉਹ ਹੀ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ। 4 ਮਹੀਨਿਆਂ 'ਚ ਸਾਰੇ ਪੋਟਿਆਂ ਦੇ ਗਿੱਲੇ। ਲੈ ਮੇਰੇ ਤੋਂ ਘੰਟੇ ਚੰਕੜੇ ਸੁਣ ਲਓ, ਜਿੰਨੇ ਮਰਜ਼ੀ ਸੁਣ ਲਓ। ਗੱਲ ਕੀ ਹੈ ਕਿ ਕਿਸਾਨੀ ਕਦੋਂ ਡੁੱਬਦੀ ਹੈ? ਜਦੋਂ ਉਹਦੀ ਇਨਪੁੱਟ ਕਾਸਟ ਵੱਧ ਜਾਂਦੀ ਹੈ ਤੇ ਆਊਟਪੁੱਟ
ਘਟ ਜਾਂਦੀ ਹੈ। ਮਤਲਬ ਤੁਹਾਡਾ ਬਿਜਾਈ ਦਾ ਖਰਚਾ, ਤੁਹਾਡਾ ਕਟਾਈ ਦਾ ਖਰਚਾ ਸਾਰਾ ਪਾ ਕੇ ਖਰਚਾ ਆ ਗਿਆ 5000 ਕਿੱਲੇ ਦਾ, ਤੇ ਰੇਟ ਮਿਲਿਆ ਤੁਹਾਨੂੰ 4500। ਹੁਣ ਵੱਡਾ ਤਾਂ 3 ਵਾਰੀ 4 ਵਾਰੀ 5 ਵਾਰੀ ਦੁਬਾਰਾ ਖੇਤੀ ਕਰ ਲੂ, ਛੋਟਾ ਤਾਂ ਉੱਜੜ ਗਿਆ। ਤਾਂ ਹੁਣ ਤੁਸੀਂ ਇਨਪੁੱਟ ਕਾਸਟ ਜਿਹੜੀ ਹੈ ਉਹਨੂੰ ਕਿਵੇਂ ਘੱਟ ਕਰੋਗੇ? ਸਭ ਤੋਂ ਵਧੀਆ ਤਰੀਕਾ ਕਿ ਤੁਹਾਡੇ ਕੋਲ ਇੱਕ ਬਾਜ਼ਾਰ ਹੈ। ਪੰਜਾਬੀ ਬੰਦੇ ਦੀ ਜਿਹੜੀ ਖਰੀਦ ਸਮਰੱਥਾ ਹੈ ਉਹ ਪੂਰੇ ਇੰਡੀਆ ਦੇ ਬੈਸਟ ਕੰਜ਼ਿਊਮਰ ਦੇ ਵਿੱਚੋਂ ਇੱਕ ਹੈ। ਤੁਸੀਂ ਆਪਾਂ ਸਧਾਰਨ ਘਰਾਂ 'ਚ ਰਹਿਣ ਵਾਲੇ ਮਿਡਲ ਕਲਾਸ ਬੰਦੇ ਆ, ਤਦ ਵੀ ਮੇਰੇ ਖਿਆਲ ਦੇ ਨਾਲ ਆਪਣੇ ਘਰ 'ਚ ਸ਼ੈਂਪੂ ਵੀ ਕੋਈ 300-400 ਦਾ ਵਰਤੀਦਾ ਹੋਊਗਾ ਮਹੀਨੇ ਦਾ। ਤਾਂ 300-400 'ਚ ਆਮ ਗਰੀਬ ਬੰਦੇ ਦਾ, ਬਿਹਾਰੀ ਬੰਦੇ ਦਾ ਰਸੋਈ ਦਾ ਬਜਟ ਹੋਏਗਾ। ਛੋਟਾ ਮੋਟਾ ਤੇਲ ਲੈ ਲਿਆ ਹੈ ਨਾ। ਤਾਂ ਸਾਡੇ, ਕਿਉਂਕਿ ਸਾਡੇ ਕੋਲ ਖੁਸ਼ਹਾਲੀ ਹੈ, ਮੰਨਣਾ ਪਵੇਗਾ। ਸਾਨੂੰ ਗ੍ਰੀਨ ਰੈਵੋਲੂਸ਼ਨ ਨੇ ਦਿੱਤਾ ਵੀ ਬਹੁਤ ਕੁਛ ਆ। ਜੇ ਗ੍ਰੀਨ ਰੈਵੋਲੂਸ਼ਨ ਨਾ ਹੁੰਦਾ, ਮੈਂ ਕਹਿੰਦਾ ਹੁੰਦਾ ਕਿ ਸ਼ਾਇਦ ਆਪਾਂ ਵੀ ਨਾ ਇੱਥੋਂ ਤੱਕ ਪਹੁੰਚ ਪਾਉਂਦੇ, ਕਿਉਂਕਿ 2-3 ਕਿੱਲਿਆਂ ਵਾਲੇ ਬਿਹਾਰੀ ਵਿਚਾਰੇ ਇੱਥੇ ਮਾਈਗ੍ਰੇਟ ਹੋ ਕੇ ਆਉਂਦੇ ਹਨ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਕੋਲ ਇੱਕ ਬਾਜ਼ਾਰ ਹੈ, ਇਕਨੋਮੀ ਨਾਲ ਜੁੜਿਆ ਫੰਡਾ ਹੈ। ਇਕਨੋਮਿਸਟ ਜਿਹੜੇ ਸਾਡੇ ਬੈਠੇ ਹੋ ਤੁਹਾਨੂੰ ਬਿਹਤਰ ਦੱਸ ਦੇਣਗੇ। ਅੱਛਾ, ਤੁਹਾਡੇ ਕੋਲ ਬਾਜ਼ਾਰ ਹੈ, ਤੁਸੀਂ ਆਪਣੇ ਉਸ ਬਾਜ਼ਾਰ ਨੂੰ ਸੰਭੋ, ਤੁਸੀਂ ਖੁਦ ਇਨਵੋਲਵ ਹੋਵੋ। ਇੱਕ ਮਿਸਾਲ ਦਿੰਦਾ ਮੈਂ ਤੁਹਾਨੂੰ, ਆਪਣੇ ਇੱਥੇ ਬਾਜਰੇ ਦਾ ਆਟਾ ਕਿੰਨਾ ਲੱਗਦਾ? ਬਾਜਰਾ ਕਿੱਥੋਂ ਆਉਂਦਾ? ਬਾਜਰਾ ਤੇ ਅਸੀਂ ਬੀਜਦੇ ਹੀ ਨਹੀਂ। ਬਾਜਰਾ ਕਿੱਥੋਂ ਆਉਂਦਾ? ਬਾਜਰਾ ਆਪਣੇ ਗਵਾਂਢੋਂ ਆਉਂਦਾ ਨਾ, ਆ ਮਟੀਲੀਓਂ ਆਉਂਦਾ, ਸੰਗਰੀਓਂ ਆਉਂਦਾ ਨਾ। ਇਹਨਾਂ ਮੁੰਡਿਆਂ ਨੂੰ ਪੁੱਛ ਲਓ, ਮੁੰਡਿਆਂ ਨੂੰ ਵੀ ਪਤਾ। ਤੇ ਜੇ ਉਹ ਬਾਜਰਾ ਅਸੀਂ ਇਹਨਾਂ ਟਿੱਬਿਆਂ 'ਚੋਂ ਉਗਾ ਦਈਏ, ਜਿਹੜੇ ਕਾਲੇ ਟਿੱਬਾ ਫਲਾਣਾ, ਜੇ ਇੱਥੇ ਬਜਾਈਏ ਇਹਨਾਂ ਤੋਂ, ਆ ਮਲੋਟ ਤੋਂ ਲੈ ਕੇ ਅਬੋਰ ਆ ਮਾਨਸਾ ਤੱਕ ਟਿੱਬੇ ਹੀ ਆ, ਸਾਰੇ ਪਿੰਡ ਟਿੱਬੇ ਆ ਨਾ, ਰੇਤਲੀ ਜ਼ਮੀਨ ਹੈ। ਕੀ ਉੱਥੇ ਗੁਆਰਾ ਜਾਂ ਬਾਜਰਾ ਨਹੀਂ ਹੁੰਦਾ? ਅਸੀਂ ਆਪਣੀ ਕੰਜੰਪਸ਼ਨ ਜੋਗਾ ਕੋਟਾ ਕੱਢ ਲਿਆ, ਆਪਣਾ ਰਕਬਾ ਘਟਾਤਾ। ਗੁਆਰੇ ਦਾ, ਬਾਜਰੇ ਦਾ ਕਾਸਟ ਹੈ, ਜਿਹੜਾ ਇਨਪੁੱਟ ਕਾਸਟ ਹੈ, ਘੱਟ ਹੈ। ਅਸੀਂ ਚੀਜ਼ ਇੰਪੋਰਟ ਕਰਨ ਦੀ ਥਾਂ ਤੇ ਆਪ ਪੈਦਾ ਕੀਤੀ, ਆਪ ਹੀ ਲਈ। ਇਹਦੇ ਵਿੱਚ ਸਰਕਾਰ ਦਾ ਰੋਲ ਹੈ। ਫਿਰ ਸਰੋਂ ਦਾ ਤੇਲ ਹੈ, ਸਰੋਂ ਅਸੀਂ ਬੀਜਦੇ ਨਹੀਂ ਪੰਜਾਬ 'ਚ। ਹੁਣ ਕਿੱਥੇ ਸਰੋਂ ਵੀ ਬੀਜਦੇ ਸੀ, ਤਾਰਾ ਮੀਰਾ ਵੀ ਬੀਜਦੇ ਸੀ। ਅੱਜ ਤੇਲ ਰਸੋਈ 'ਚ ਕਦੇ ਚੈੱਕ ਕਰਿਓ। ਅਸੀਂ ਤਾਂ ਹੁਣ ਕਬੀਲਦਾਰ ਬੰਦੇ ਆ, ਤੇ ਕਬੀਲਦਾਰ ਬੰਦੇ ਨੂੰ ਸਾਰਾ ਹੀ ਹੁੰਦੀ ਆ। ਤੇ ਜਦੋਂ ਚੈੱਕ ਕਰੀਏ 170 ਰੁਪਏ ਤੇਲ ਦੀ ਬੋਤਲ ਹੁੰਦੀ ਹੈ 2 ਲੀਟਰ ਵਾਲੀ। ਤੇ ਸਰੋਂ ਕੀ ਰੇਟ ਹੈ? ਜੇ ਅਸੀਂ ਸਰੋਂ ਹੀ ਆਪ ਉਗਾ ਲਈਏ ਤਾਂ ਮੇਰੇ ਖਿਆਲ ਦੇ ਨਾਲ 20% ਸਾਡਾ ਰਕਬਾ ਘਟ ਜੂ, ਉਹ ਸਰੋਂ ਹੇਠ ਆ ਜੂ। ਤੇ ਅਸੀਂ ਬਾਹਰੋਂ ਵੀ ਨਹੀਂ ਕਰਦੇ। ਇਹ ਇਕਨੋਮੀ ਨਾਲ ਜੁੜੀਆਂ ਗੱਲਾਂ ਹੈ। ਇਹ ਲੋਕਲ ਸਰਕਾਰ ਜੇ ਕਹਿੰਦੀ ਹੈ ਕਿ ਸਟੇਟ ਸਬਜੈਕਟ ਹੈ, ਜਾਂ ਕਿਸਾਨ ਧਿਰਾਂ ਕਹਿੰਦੀਆਂ, ਤਾਂ ਫਿਰ ਸਟੇਟ ਸਬਜੈਕਟ ਦਾ ਅਸੀਂ ਕੋਈ ਨਾ ਕੋਈ ਫੰਡਾ ਕਰਵਾਈਏ ਇਹਨਾਂ ਤੋਂ। ਜੀ ਮੈਂ ਲਾਸਟ ਇੱਕ ਪ੍ਰਸ਼ਨ ਲੈਣਾ ਚਾਹੂੰਗਾ। ਜਿਹੜਾ ਬੰਗਾਲ ਵਾਲਾ ਫੈਕਟਰ ਆ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਗਏ ਆ, ਇਹ ਕਰੂਗਾ ਇਫੈਕਟ? ਦੇਖੋ, ਇਹ ਨਾ ਪੈਂਤੜੇ ਹੁੰਦੇ ਆ, ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਮਮਤਾ ਬੈਨਰਜੀ ਨੇ ਕਹਿ ਲਓ ਕਿ ਯੱਕਾ ਕੱਢ ਦੇਣਾ ਉੱਥੋਂ, ਉਹਦਾ ਗੱਡਾ ਨਿਕਲ ਜਾਣਾ, ਠੀਕ ਹੈ। ਉਹਦੇ ਕੋਲ ਵੋਟ ਸ਼ੇਅਰ ਹੈ ਜਿਹੜਾ ਇੰਨਾ ਕੁ ਹੈਗਾ ਕਿ ਜੋ ਮਰਜ਼ੀ ਹੋ ਜਾਏ, ਵੋਟ ਸ਼ੇਅਰ ਛੇਤੀ ਮਾਤ ਨਹੀਂ ਖਾਂਦੇ। ਹਾਂ, ਕੋਈ ਗਜ਼ਬ ਹੋ ਜਾਵੇ, EVM ਵਾਲਾ ਰੌਲਾ ਪੈਂਦਾ, ਹਾਂ ਕੋਈ ਗਜ਼ਬ ਹੋ ਜਾਵੇ, ਫਿਰ ਤਾਂ ਕੁਝ ਨਹੀਂ ਹੈ। ਪਰ ਉੱਥੇ ਜੇ ਤੁਸੀਂ ਦੇਖੋਗੇ, ਜਦ ਮੋਦੀ ਦੇ ਫੇਸ ਤੇ ਉਹ ਇਲੈਕਸ਼ਨ ਲੜ ਰਹੇ ਆ, ਪਹਿਲਾਂ ਉਹਦੀਆਂ ਹੁੰਦੀਆਂ ਵਿਧਾਨ ਸਭਾ 'ਚ 2 ਸੀਟਾਂ ਸੀ, ਇੰਟਰਸਟਿੰਗ ਗੱਲ ਹੈ। ਫਿਰ ਉਹ 18 ਤੇ ਪਹੁੰਚ ਗਏ ਲੋਕ ਸਭਾ ਦੀਆਂ। ਅੱਛਾ, ਇੱਥੇ ਡਾਟਾ ਚੈੱਕ ਕਰਨ ਵਾਲਾ ਉਹਨਾਂ ਦਾ। ਹੁਣ ਉੱਥੇ ਲੜਾਈ ਕਿਹਦੀ ਹੋਈ? ਮੋਦੀ ਵਰਸਸ ਮਮਤਾ ਦੀ ਸਿੱਧੀ, ਕਿਉਂਕਿ ਨੈਸ਼ਨਲ ਚਿਹਰਾ ਤਾਂ ਮੋਦੀ ਹੈ ਨਾ। ਯਾਨੀ ਜੋ ਪੈਣੀ ਸੀ ਵੋਟ ਪੈ ਗਈ। ਤਦ ਵੀ ਇਹਨਾਂ ਦਾ ਵੋਟ ਸ਼ੇਅਰ ਸੀਗਾ 40-41, ਉਹਦਾ 45 ਸ਼ੇਅਰ। ਯਾਨੀ ਸਿੱਧੀ ਡਾਇਰੈਕਟ ਜਿਹੜੀ ਆਪਾਂ ਕਹਿ ਲਈਏ ਫੇਸ ਟੂ ਫੇਸ ਲੜਾਈ ਸੀ ਮੋਦੀ ਮਮਤਾ ਬੈਨਰਜੀ ਦੀ। ਤਾਂ ਉਹ ਮੇਰੇ ਖਿਆਲ ਦੇ ਨਾਲ ਜਿਹੜਾ ਸਮੀਕਰਨ ਆ, 2 ਕੁ ਏਰੀਏ ਆ, ਜਿਵੇਂ ਨਾਰਥ ਬੰਗਾਲ ਹੈ, ਜਾਂ ਇਹ ਕਹਿ ਲਓ ਕਿ ਜੰਗਲ ਮਹਿਲ ਦਾ ਏਰੀਆ ਹੈ, ਉਹਦੇ ਵਿੱਚ ਇਹਨਾਂ ਨੇ ਪਹਿਲਾਂ ਇਲੈਕਸ਼ਨ, ਤੁਸੀਂ ਵੇਖੋ ਇਹਨਾਂ ਦੀਆਂ ਚਲਾਕੀਆਂ, ਸਾਰੇ ਇਹਨਾਂ ਨੇ ਸੰਵਿਧਾਨਕ ਜਿਹੜੇ ਸਾਡੇ ਇੰਸਟੀਚਿਊਟ ਸੀਗੇ ਸਭ ਆਪਦੇ ਪਰਾਂ ਹਟ ਕੀਤੇ ਆ। ਅੱਛਾ, 294 ਸੀਟਾਂ ਬੰਗਾਲ 'ਚ, 8 ਫੇਜ਼ 'ਚ ਇਲੈਕਸ਼ਨ ਹੈ। ਤਮਿਲਨਾਡੂ 'ਚ ਕਿੰਨੀ ਹੈ? 234, ਉੱਥੇ 1 ਫੇਜ਼ 'ਚ। 8 ਫੇਜ਼ ਕਿਉਂ ਰੱਖੇ? ਸੋਚਣ ਵਾਲੀ ਗੱਲ ਹੈ ਨਾ। ਪਹਿਲੇ 3 ਫੇਜ਼ ਜਿਹੜੇ ਆ ਉਹ ਇਸ ਏਰੀਏ 'ਚ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਥੋੜ੍ਹੀ ਬਹੁਤ ਅੱਗੇ ਸੀ। ਚੌਥਾ, 5ਵਾਂ, 6ਵਾਂ, 7ਵਾਂ, 8ਵਾਂ ਤਾਂ ਰੱਖਿਆ ਕਿਉਂਕਿ ਦੂਜੇ ਪਾਸੋਂ ਨਿਬੇੜ ਕੇ ਇੱਧਰ ਨੂੰ ਪੈਣਗੇ। ਮੁਸਲਮਾਨ ਜਿੱਥੇ ਜ਼ਿਆਦੇ ਆ ਉੱਥੇ CA-NRC ਦਾ ਨਾਂ ਲੈ ਦੇਣਗੇ। ਹੁਣ ਉੱਥੇ ਜਾ ਕੇ ਆ 3 ਫੇਜ਼ ਦੇ ਵਿੱਚ ਤਾਂ ਨਾਂ ਹੀ ਨਹੀਂ ਲੈ ਰਹੇ CA-NRC ਦਾ ਜਾਂ ਕਿਸਾਨੀ ਦਾ। ਉਦੋਂ ਗੋਲਬੰਦੀ ਹੋਊਗੀ, ਕਤਾਰਬੰਦੀ ਹੋਊਗੀ। ਪਰ ਉਹ ਦਾ ਪੁੱਠਾ ਪੈ ਗਿਆ, ਸੱਟ ਦੀਦੀ ਦੇ ਲੱਗੀ, ਦਰਦ ਦਾਦੇ ਨੂੰ ਤਾਂ ਹੀ ਤਾਂ ਹੋਇਆ ਕਿ ਕੰਮ ਔਖਾ ਹੋ ਗਿਆ। ਸੋ ਇਸ ਕਰਕੇ ਉਹ ਸਮੀਕਰਨ ਕੁਝ ਕਹਿੰਦੇ ਆ ਕਿ ਉੱਥੇ ਵੀ ਇਹਨਾਂ ਦਾ ਗੱਡਾ ਜਿਹੜਾ ਹੈ ਨਾ ਉਹ ਫਸੂਗਾ। ਦੂਜੀ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਠੀਕ ਹੈ ਇੱਕ ਰਾਜਨੀਤਿਕ ਦਬਾਅ ਹੁੰਦਾ ਕਿ ਅੱਜ ਬੰਗਾਲ ਗਏ, ਕੱਲ੍ਹ ਨੂੰ ਦੂਜੇ ਰਾਜ 'ਚ ਜਾ ਵੜਨਗੇ, ਤਾਂ ਇੱਕ ਪੋਲੀਟੀਕਲ ਪ੍ਰੈਸ਼ਰ ਹੈ। ਕਰਨਾ ਤਾਂ ਇਹਨਾਂ ਨੇ ਕੀ ਹੈ, ਉੱਥੇ ਕਲਕੱਤੇ 'ਚ ਘੁੰਮ ਕੇ ਕੀ ਕਰੂਗੇ? ਅਸਲ ਦੇ ਵਿੱਚ ਬੰਗਾਲ 'ਚ ਇੱਕ ਹੋਰ ਵੀ ਜੰਗ ਹੈ ਜਿਹੜੀ ਸਮਝਣ ਦੀ ਜ਼ਰੂਰਤ ਹੈ।
ਜੇ ਉੱਥੇ ਕਿਸਾਨ ਜਥੇਬੰਦੀਆਂ ਚੋਟ ਕਰ ਦੇਣ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੋਏਗੀ। ਸ਼ਾਇਦ ਇਹਨਾਂ ਨੂੰ ਪਤਾ ਹੋਵੇ ਉੱਥੇ ਹਲਦੀਆ ਪੋਰਟ ਹੈ ਇੱਕ। ਹਲਦੀਆ ਪੋਰਟ ਨੰਦੀਗ੍ਰਾਮ ਦੇ ਬਿਲਕੁਲ ਲਾਗੇ ਆ, ਜਿੱਥੋਂ ਇਹਨਾਂ ਨੇ ਬੰਦਾ ਖਿਲਾਰਿਆ ਸ਼ੁਭੇਂਦੂ। ਸ਼ੁਭੇਂਦੂ ਕੌਣ ਹੈ? ਨੰਦੀਗ੍ਰਾਮ ਦਾ ਪੋਸਟਰ ਬੁਆਇਆ, ਐਜੀਟੇਸ਼ਨ ਚੋਂ ਨਿਕਲਿਆ ਚਿਹਰਾ, ਉਹਦੇ ਬਰੋਬਰ ਮਮਤਾ ਤਾਂ ਦੀ ਖੜੀ ਹੈ ਉੱਥੇ, ਤਾਂ ਹੀ ਖੜੀ ਹੈ। ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ, ਹਲਦੀਆ ਪੋਰਟ ਹੈ ਜਿਹੜਾ, ਉਹ ਸਾਰੇ ਨਾਰਥ ਈਸਟ ਸਟੇਟਾਂ ਤੱਕ ਇੱਕ ਰਸਤਾ ਦਿੰਦਾ ਹੈ, ਬਹੁਤ ਸਸਤਾ ਤੇ ਸੌਖਾ। ਔਰ ਈਵਨ ਦੈਟ ਕਿ ਨਾਰਥ ਈਸਟ ਏਸ਼ੀਆ ਨੂੰ ਉਹ ਜਾ ਲੱਗਦਾ ਇੱਥੋਂ ਆਂਧਰਾ ਦਾ ਹੁੰਦਾ ਬੰਬੇ ਨਾਲ ਤੇ ਗੁਜਰਾਤ ਨਾਲ ਆ ਲੱਗਦਾ। ਉੱਥੇ ਹਮ ਦੋ ਹਮਾਰੇ ਦੋ ਵਾਲੇ ਪਹੁੰਚੇ ਨਹੀਂ, ਉਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਉੱਥੇ ਚੱਲ ਜਾਵੇ। ਜੇ ਇਹ ਮੁੱਦਾ ਚੱਕ ਲੈਣ, ਕਿਉਂਕਿ ਉੱਥੇ ਜ਼ਿਆਦਾਤਰ ਪੈਸਾ ਕਾਰਪੋਰੇਟ ਹੀ ਲਾ ਰਿਹਾ ਇਲੈਕਸ਼ਨ ਵਿੱਚ, ਸਮਝਦੇ ਹੋ ਨਾ। ਜੇ ਕਿਸਾਨ ਜਥੇਬੰਦੀਆਂ ਵਾਲੇ ਉੱਥੇ ਸੱਟ ਮਾਰ ਦੇਣ ਤਾਂ ਨੰਦੀਗ੍ਰਾਮ ਦਾ ਨਤੀਜਾ ਬਹੁਤ ਪ੍ਰਭਾਵਿਤ ਹੋ ਸਕਦਾ। ਮਿੰਟੂ ਜੀ ਦੀ ਸਮਾਇਤਾ ਤੁਹਾਡਾ ਧੰਨਵਾਦ। ਸੋ ਇਹ ਸੀ ਮਿੰਟੂ ਗੁਰੂਸਰੀਆ ਜਿਨ੍ਹਾਂ ਨੇ ਦੱਸਿਆ ਬੰਗਾਲ ਇਲੈਕਸ਼ਨ ਦਾ ਖਾਸ ਕਰਕੇ ਜਾਂ ਕਿਸਾਨੀ ਮੁੱਦੇ ਨਾਲ ਜੁੜੀਆਂ ਹੋਈਆਂ ਗੱਲਾਂ। ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।